ਜੀ ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ। ਪੰਜਾਬੀ ਐਜੂਕੇਸ਼ਨ ਚੈਨਲ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪਿਆਰੇ ਬੱਚਿਓ, ਅੱਜ ਅਸੀਂ ਸਮਾਨਾਰਥਕ ਸ਼ਬਦਾਂ ਬਾਰੇ ਪੜ੍ਹਾਂਗੇ। ਸਮਾਨਾਰਥਕ ਸ਼ਬਦਾਂ ਤੋਂ ਭਾਵ ਹੁੰਦਾ ਹੈ ਇੱਕ ਸ਼ਬਦ ਦੇ ਅਰਥਾਂ ਨਾਲ ਮੇਲ ਖਾਂਦੇ ਹੋਰ ਉਹ ਸ਼ਬਦ ਜਿਨ੍ਹਾਂ ਦੇ ਅਰਥ ਉਸ ਸ਼ਬਦ ਦੇ ਮੂਲ ਸ਼ਬਦ ਨਾਲ ਬਿਲਕੁਲ ਮੇਲ ਜੋਲ ਖਾਂਦੇ ਹੋਣ। ਜਿਵੇਂ ਬੇਟਾ ਉਸਤਤ ਹੁੰਦੀ ਹੈ ਕਿਸੇ ਦੀ ਤਾਰੀਫ ਕਰਨੀ, ਕਿਸੇ ਦੀ ਪ੍ਰਸ਼ੰਸਾ ਕਰਨੀ, ਕਿਸੇ ਦੀ ਸ਼ਲਾਘਾ ਕਰਨੀ, ਕਿਸੇ ਦੀ ਵਡਿਆਈ ਕਰਨੀ। ਸੋ ਬੇਟਾ ਜੇ ਅਸੀਂ ਐਗਜ਼ਾਮਪਲ ਦੇ ਤੌਰ 'ਤੇ ਕਹੀਏ ਕਿ ਅਸੀਂ ਕਿਸੇ ਦੀ ਉਸਤਤ ਕਰਦੇ ਹਾਂ, ਉਸਤਤ ਸ਼ਬਦ ਦੇ ਸਮਾਨਾਰਥਕ ਸ਼ਬਦ ਕਿਹੜੇ ਨੇ? ਜੇ ਅਸੀਂ ਕਹੀਏ ਕਿ ਅਸੀਂ ਆਪਣੇ ਮਾਤਾ ਪਿਤਾ ਦੀ ਉਸਤਤ ਵਿੱਚ ਕੁਝ ਸ਼ਬਦ ਕਹੇ, ਫਿਰ ਉਸਤਤ ਦੀ ਜਗ੍ਹਾ 'ਤੇ ਬੇਟਾ ਇੱਕ ਹੋਰ ਨਵਾਂ ਸ਼ਬਦ ਅਸੀਂ ਐਡ ਕਰ ਸਕਦੇ ਹਾਂ ਕਿ ਅਸੀਂ ਆਪਣੇ ਮਾਤਾ ਪਿਤਾ ਦੀ ਸ਼ਲਾਘਾ ਦੇ ਵਿੱਚ ਕੁਝ ਸ਼ਬਦ ਕਹੇ, ਜਾਂ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਆਪਣੇ ਮਾਤਾ ਪਿਤਾ ਦੀ ਉਪਮਾ ਵਿੱਚ ਕੁਝ ਸ਼ਬਦ ਕਹੇ, ਜਾਂ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਆਪਣੇ ਮਾਤਾ ਪਿਤਾ ਦੀ ਪ੍ਰਸ਼ੰਸਾ ਵਿੱਚ ਕੁਝ ਸ਼ਬਦ ਕਹੇ, ਜਾਂ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਆਪਣੇ ਮਾਤਾ ਪਿਤਾ ਦੀ ਵਡਿਆਈ ਵਿੱਚ ਕੁਝ ਸ਼ਬਦ ਕਹੇ। ਸੋ ਬੇਟਾ ਸ਼ਲਾਘਾ, ਉਪਮਾ, ਪ੍ਰਸ਼ੰਸਾ ਅਤੇ ਵਡਿਆਈ ਇਹ ਸਾਰੇ ਸਮਾਨਾਰਥਕ ਸ਼ਬਦ ਹਨ ਉਸਤਤ ਦੇ। ਸੋ ਬੇਟਾ ਸਮਾਨਾਰਥਕ ਸ਼ਬਦ ਉਹ ਹੁੰਦੇ ਹਨ ਜਿਨ੍ਹਾਂ ਦੇ ਅਰਥ ਸਮਾਨ ਹੁੰਦੇ ਹੋਣ ਅਤੇ ਉਚਾਰਨ ਬੇਸ਼ੱਕ ਉਹਨਾਂ ਦਾ ਅਸੀਂ ਅਲੱਗ ਅਲੱਗ ਕਰਦੇ ਹੋਈਏ। ਆਓ ਅਸੀਂ ਜਾਣਦੇ ਹਾਂ ਸਮਾਨਾਰਥਕ ਸ਼ਬਦ ਕੀ ਹੁੰਦੇ ਹਨ। ਸਮਾਨਾਰਥਕ ਸ਼ਬਦ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ। ਸਮਾਨ ਪਲੱਸ ਅਰਥਕ। ਸਮਾਨ ਤੋਂ ਭਾਵ ਹੈ ਇੱਕੋ ਜਿਹੇ ਅਤੇ ਅਰਥ ਤੋਂ ਭਾਵ ਹੈ ਅਰਥ ਵਾਲਾ। ਇੱਕੋ ਜਿਹੇ ਅਰਥਾਂ ਵਾਲੇ ਸ਼ਬਦ ਜਿਨ੍ਹਾਂ ਨੂੰ ਅਸੀਂ ਬੋਲਦੇ ਹਾਂ ਸਮਾਨਾਰਥਕ ਸ਼ਬਦ। ਉਹ ਸ਼ਬਦ ਜੋ ਵੱਖ-ਵੱਖ ਹੁੰਦੇ ਹੋਏ ਵੀ ਇੱਕ ਹੀ ਅਰਥ ਪ੍ਰਗਟ ਕਰਦੇ ਹਨ, ਉਹ ਸਮਾਨਾਰਥਕ ਸ਼ਬਦ ਅਖਵਾਉਂਦੇ ਹਨ। ਜਿਵੇਂ ਸ਼ਲਾਘਾ, ਪ੍ਰਸ਼ੰਸਾ, ਉਪਮਾ ਅਤੇ ਉਸਤਤ ਅਲੱਗ-ਅਲੱਗ ਸ਼ਬਦ ਹਨ, ਪਰੰਤੂ ਇਹਨਾਂ ਦੇ ਅਰਥ ਸਮਾਨ ਹਨ। ਸੋ ਬੇਟਾ ਉਹ ਸ਼ਬਦ ਜੋ ਉਚਾਰਨ ਦੇ ਤੌਰ 'ਤੇ ਅਲੱਗ-ਅਲੱਗ ਹੁੰਦੇ ਹੋਣ ਪਰ ਉਹਨਾਂ ਦੇ ਅਰਥ ਇੱਕ ਸਮਾਨ ਹੁੰਦੇ ਹੋਣ, ਉਹਨਾਂ ਸ਼ਬਦਾਂ ਨੂੰ ਅਸੀਂ ਸਮਾਨਾਰਥਕ ਸ਼ਬਦ ਆਖਦੇ ਹਨ। ਵਿਦਿਆਰਥੀਆਂ ਨੂੰ ਸਮਾਨਾਰਥਕ ਸ਼ਬਦਾਂ ਦੀ ਜਾਣਕਾਰੀ ਹੋਣੀ ਬੜੀ ਜ਼ਰੂਰੀ ਹੈ। ਇਸ ਨਾਲ ਵਿਦਿਆਰਥੀਆਂ ਦੇ ਸ਼ਬਦ ਭੰਡਾਰ ਵਿੱਚ ਵਾਧਾ ਹੁੰਦਾ ਹੈ। ਸ਼ਬਦ ਭੰਡਾਰ ਬੇਟਾ ਜਿਵੇਂ ਤੁਸੀਂ ਕਿਤੇ ਪ੍ਰਸ਼ੰਸਾ ਦੀ ਗੱਲ ਕਰਨੀ ਆ ਤਾਂ ਜੇ ਤੁਸੀਂ ਸ਼ਲਾਘਾ ਵੀ ਲਿਖ ਦਿਓ, ਉਪਮਾ ਵੀ ਲਿਖ ਸਕੋ, ਉਸਤਤ ਵੀ ਲਿਖ ਦਿਓ, ਤਾਂ ਇਹ ਜਿਹੜੇ ਉਪਮਾ, ਪ੍ਰਸ਼ੰਸਾ, ਉਸਤਤ, ਸ਼ਲਾਘਾ ਇਹ ਜਿਹੜੇ ਸ਼ਬਦ ਨੇ ਬੇਟਾ, ਜਦੋਂ ਤੁਹਾਨੂੰ ਕਿਸੇ ਚੀਜ਼ ਦੇ ਵੱਖ-ਵੱਖ ਅਰਥ ਜਾਂ ਵੱਖ-ਵੱਖ ਅਰਥ ਰੱਖਦੇ ਸ਼ਬਦ ਆਉਂਦੇ ਹੁੰਦੇ ਨੇ ਤਾਂ ਤੁਹਾਡੇ ਕੋਲ ਸ਼ਬਦਾਂ ਦਾ ਭੰਡਾਰ ਹੁੰਦਾ, ਭਾਵ ਤੁਹਾਡੇ ਕੋਲ ਬਹੁਤ ਸਾਰੇ ਸ਼ਬਦ ਹੁੰਦੇ ਨੇ। ਸੋ ਬੇਟਾ ਆਪਣੀ ਚਾਹੇ ਉਹ ਗੱਲਬਾਤ ਆ, ਚਾਹੇ ਕਿਤੇ ਵੀ ਅਸੀਂ ਵਿਚਰਦੇ ਹਾਂ, ਕੁਝ ਉਚਾਰਨ ਕਰਦੇ ਹਾਂ ਜਾਂ ਲਿਖਦੇ ਹਾਂ, ਜਦੋਂ ਸਾਡੇ ਕੋਲ ਕਿਸੇ ਇੱਕ ਚੀਜ਼ ਦੇ ਬਹੁਤ ਸਾਰੇ ਅਰਥ ਦੱਸਦੇ ਸ਼ਬਦ ਹੁੰਦੇ ਨੇ ਤਾਂ ਇਹਦੇ ਨਾਲ ਸਾਡੀ ਜਿਹੜੀ ਗੱਲਬਾਤ ਦਾ ਸਲੀਕਾ ਵੀ ਬੜਾ ਢੁਕਵਾਂ ਹੋ ਜਾਂਦਾ ਹੈ ਅਤੇ ਜਿਹੜਾ ਸਾਡਾ ਦੂਸਰੇ ਵਿਅਕਤੀਆਂ ਦੇ ਉੱਪਰ ਪ੍ਰਭਾਵ ਵੀ ਬਹੁਤ ਅੱਛਾ ਪੈਂਦਾ ਜਿੱਥੇ ਵੀ ਅਸੀਂ ਗੱਲਬਾਤ ਕਰਦੇ ਹੋਈਏ। ਸੋ ਬੇਟਾ ਸਮਾਨਾਰਥਕ ਸ਼ਬਦਾਂ ਦਾ ਤੁਹਾਨੂੰ ਆਉਣਾ ਬਹੁਤ ਜ਼ਰੂਰੀ ਹੈ। ਸੋ ਜੀਵਨ ਦੇ ਵਿੱਚ ਅਸੀਂ ਬਹੁਤ ਸਾਰੀਆਂ ਗੱਲਾਂ ਬੋਲਦੇ ਹਾਂ, ਜਦੋਂ ਅਸੀਂ ਉਹਨਾਂ ਦੇ ਬਦਲ ਕੇ ਸ਼ਬਦ ਉਪਯੋਗ ਵਿੱਚ ਲੈ ਕੇ ਆਉਂਦੇ ਹਾਂ ਤਾਂ ਸਾਡੀ ਗੱਲਬਾਤ ਚਾਹੇ ਉਹ ਬੋਲਣ ਦੀ ਹੋਵੇ, ਚਾਹੇ ਲਿਖਣ ਦੀ ਹੋਵੇ, ਚਾਹੇ ਇੱਕ ਦੂਜੇ ਨਾਲ ਗੱਲਬਾਤ ਕਰਨ ਦੀ ਗੱਲ ਹੋਵੇ, ਉੱਥੇ ਜਿਹੜਾ ਤੁਹਾਡਾ ਪ੍ਰਭਾਵ ਆ ਉਹ ਬਹੁਤ ਅੱਛਾ ਪੈਂਦਾ ਹੈ। ਸੋ ਉਹ ਆਪਣੇ ਭਾਵਾਂ ਨੂੰ ਪ੍ਰਗਟਾਉਣ ਲਈ ਨੇੜੇ ਦੇ ਅਰਥ ਰੱਖਦੇ ਵੱਖ-ਵੱਖ ਸ਼ਬਦਾਂ ਦਾ ਪ੍ਰਯੋਗ ਕਰ ਸਕਦਾ ਹੈ ਕੋਈ ਵੀ ਵਿਅਕਤੀ। ਅਜਿਹੇ ਕੁਝ ਸਮਾਨਾਰਥਕ ਸ਼ਬਦਾਂ ਦੀਆਂ ਉਦਾਹਰਨਾਂ ਹੇਠਾਂ ਦਿੱਤੀਆਂ ਗਈਆਂ ਹਨ। ਸੋ ਆਓ ਬੱਚਿਓ ਆਪਾਂ ਇਹ ਸਮਾਨਾਰਥਕ ਸ਼ਬਦਾਂ ਦੀਆਂ ਕੁਝ ਐਕਸਰਸਾਈਜ਼ ਦੇ ਤੌਰ 'ਤੇ ਕੁਝ ਸ਼ਬਦ ਤੁਹਾਨੂੰ ਦਿੱਤੇ ਗਏ ਨੇ, ਆਓ ਉਹਨਾਂ ਨੂੰ ਪੜ੍ਹਦੇ ਹਾਂ ਅਤੇ ਜਾਣਦੇ ਹਾਂ। ਜਿਵੇਂ ਕਿ ਬੇਟਾ ਆਪਾਂ ਉੱਪਰ ਗੱਲ ਕਰੀ ਹੈ ਉਸਤਤ ਦੀ। ਉਸਤਤ ਹੁੰਦੀ ਹੈ ਸ਼ਲਾਘਾ, ਉਪਮਾ, ਪ੍ਰਸ਼ੰਸਾ ਅਤੇ ਵਡਿਆਈ। ਇਹ ਬੇਟਾ ਸਾਰੇ ਸ਼ਬਦ ਸਮਾਨਾਰਥਕ ਸ਼ਬਦ ਹਨ। ਜੇ ਤੁਸੀਂ ਕਿਤੇ ਉਸਤਤ ਸ਼ਬਦ ਨੂੰ ਪ੍ਰਯੋਗ ਵਿੱਚ ਕਰਦੇ ਹੋ, ਤੁਸੀਂ ਉਸਤਤ ਨੂੰ ਭੁੱਲ ਗਏ, ਤੁਹਾਡੇ ਸ਼ਲਾਘਾ ਯਾਦ ਰਹਿ ਗਈ, ਸਪੋਜ਼ ਕਰੋ ਤੁਹਾਡੀ ਸ਼ਲਾਘਾ ਵੀ ਭੁੱਲ ਗਈ, ਤੁਹਾਡੇ ਉਪਮਾ ਯਾਦ ਰਹਿ ਗਈ, ਹੋ ਸਕੋ ਤੁਸੀਂ ਉਪਮਾ ਵੀ ਭੁੱਲ ਜਾਓ, ਹੋ ਸਕਦਾ ਫਿਰ ਤੁਹਾਡੇ ਪ੍ਰਸ਼ੰਸਾ ਯਾਦ ਰਹਿ ਜੇ। ਜੇ ਕਿਤੇ ਤੁਹਾਨੂੰ ਪ੍ਰਸ਼ੰਸਾ ਸ਼ਬਦ ਵੀ ਵਿਸਰ ਜਾਂਦਾ ਤਾਂ ਤੁਸੀਂ ਵਡਿਆਈ ਸ਼ਬਦ ਲਿਖ ਸਕਦੇ ਹੋ। ਸੋ ਬੇਟਾ ਕਿਉਂ? ਕਿਉਂਕਿ ਇਹ ਸਾਰੇ ਸਮਾਨਾਰਥਾਂ ਵਾਲੇ ਸ਼ਬਦ ਹਨ। ਅੱਗੇ ਬੇਟਾ ਹੁੰਦਾ ਉਸਤਾਦ।
ਉਸਤਾਦ ਸ਼ਬਦ ਜੇ ਕਿਸੇ ਅਸੀਂ ਗੱਲਬਾਤ ਦੇ ਵਿੱਚ ਬੋਲਦੇ ਹਾਂ ਜਾਂ ਕਿਸੇ ਵੀ ਲੇਖ ਦੇ ਵਿੱਚ ਕਿਸੇ ਰਚਨਾ ਦੇ ਵਿੱਚ ਲਿਖਦੇ ਹਾਂ ਤਾਂ ਤੁਸੀਂ ਉੱਥੇ ਹੋਰ ਸ਼ਬਦ ਉਸਤਾਦ ਦੀ ਜਗ੍ਹਾ 'ਤੇ ਜਿਹੜੇ ਵਰਤ ਸਕਦੇ ਹੋ ਉਹ ਹਨ ਅਧਿਆਪਕ, ਸਿੱਖਿਅਕ ਜਾਂ ਗੁਰੂ। ਇਹ ਬੇਟਾ ਤਿੰਨੇ ਸ਼ਬਦ ਉਸਤਾਦ ਸ਼ਬਦ ਦੇ ਸਮਾਨਾਰਥਕ ਸ਼ਬਦ ਹਨ। ਅੱਗੇ ਹੈਗਾ ਬੇਟਾ ਉਚਿਤ। ਉਚਿਤ ਤੋਂ ਭਾਵ ਹੁੰਦਾ ਠੀਕ, ਯੋਗ, ਢੁਕਵਾਂ ਜਾਂ ਸਹੀ। ਇਹ ਬੇਟਾ ਉਚਿਤ ਸ਼ਬਦ ਦੇ ਸਮਾਨ ਅਰਥ ਰੱਖਣ ਵਾਲੇ ਸ਼ਬਦ ਹਨ। ਉਜੜ, ਉਜੜ ਜਿਹਨੂੰ ਅਸੀਂ ਕਹਿੰਦੇ ਉਜਾੜਾ ਜਾਂ ਉਜੜ ਆਪਾਂ ਕਹਿੰਦੇ ਵੀ ਜਿਹੜਾ ਬੰਦਾ ਅੱਖੜ ਹੋਵੇ, ਗਵਾਰ ਹੋਵੇ, ਮੂਰਖ ਹੋਵੇ। ਉਜੜ ਸ਼ਬਦ ਦੇ ਬੇਟਾ ਅੱਖੜ, ਗਵਾਰ ਅਤੇ ਮੂਰਖ ਉਜੜ ਸ਼ਬਦ ਦੇ ਸਮਾਨ ਅਰਥ ਹਨ ਜੇ ਅਸੀਂ ਕਿਸੇ ਨੂੰ ਮੂਰਖ ਕਹਿਣਾ ਹੋਵੇ। ਅੱਗੇ ਹੈਗਾ ਬੇਟਾ ਉਜਲ। ਉਜਲ ਹੁੰਦਾ ਸਾਫ, ਨਿਰਵਲ, ਸਵੱਛ। ਉਜਲ ਇਹਨੂੰ ਅਸੀਂ ਸਾਫ ਕਹਿਣਾ ਹੋਵੇ ਸਾਫ ਵੀ ਕਹਿ ਸਕਦੇ ਹਾਂ, ਨਿਰਮਲ ਵੀ ਵਰਤ ਸਕਦੇ ਹਾਂ ਅਤੇ ਸਵੱਛ ਜਿਹੜਾ ਸ਼ਬਦ ਆ ਉਹ ਵੀ ਅਸੀਂ ਇਹਦੀ ਜਗ੍ਹਾ 'ਤੇ ਵਰਤ ਸਕਦੇ ਹਾਂ ਕਿਉਂਕਿ ਇਹਨਾਂ ਦੇ ਅਰਥ ਸਮਾਨ ਹਨ। ਅੱਗੇ ਹੈਗਾ ਬੇਟਾ ਉਜਾਲਾ। ਉਜਾਲੇ ਤੋਂ ਭਾਵ ਕੀ ਹੁੰਦਾ? ਚਾਨਣ, ਪ੍ਰਕਾਸ਼, ਰੌਸ਼ਨੀ, ਲੋ। ਇਹ ਸਾਰੇ ਬੇਟਾ ਉਜਾਲੇ ਦੇ ਸਮਾਨ ਅਰਥ ਸ਼ਬਦ ਹਨ। ਅੱਗੇ ਹੈਗਾ ਉੱਤਮ। ਉੱਤਮ ਨੂੰ ਅਸੀਂ ਚੰਗਾ ਵੀ ਕਹਿ ਸਕਦੇ ਹਾਂ, ਸ੍ਰੇਸ਼ਟ ਵੀ ਕਹਿ ਸਕਦੇ ਹਾਂ, ਵਧੀਆ ਵੀ ਕਹਿ ਸਕਦੇ ਹਾਂ। ਇਹ ਤਿੰਨੇ ਬੇਟਾ ਉੱਤਮ ਸ਼ਬਦ ਦੇ ਸਮਾਨ ਅਰਥ ਸ਼ਬਦ ਹਨ। ਅੱਗੇ ਹੈ ਉੱਦਮ। ਉੱਦਮ ਬੇਟਾ ਹੁੰਦਾ ਉਪਰਾਲਾ, ਯਤਨ, ਕੋਸ਼ਿਸ਼। ਸੋ ਬੇਟਾ ਜੇ ਕਿਤੇ ਉੱਦਮ ਸ਼ਬਦ ਤੁਹਾਨੂੰ ਕਿਤੇ ਵਰਤਣਾ ਪੈ ਜੇ ਤਾਂ ਉਹਦੀ ਜਗ੍ਹਾ 'ਤੇ ਤੁਸੀਂ ਉਪਰਾਲਾ ਵੀ ਲਿਖ ਸਕਦੇ ਹੋ, ਯਤਨ ਵੀ ਲਿਖ ਸਕਦੇ ਹੋ ਅਤੇ ਕੋਸ਼ਿਸ਼ ਵੀ ਲਿਖ ਸਕਦੇ ਹੋ। ਅੱਗੇ ਹੈਗਾ ਬੇਟਾ ਉਦਾਸ। ਉਦਾਸ ਦਾ ਹੁੰਦਾ ਫਿਕਰਮੰਦ ਜਾਂ ਅਸੀਂ ਕਹਿ ਸਕਦੇ ਹਾਂ ਚਿੰਤਾਤੁਰ ਜਾਂ ਅਸੀਂ ਕਹਿ ਸਕਦੇ ਹਾਂ ਉਪਰਾਮ। ਅੱਗੇ ਹੈ ਪਰੇਸ਼ਾਨ ਜਾਂ ਨਿਰਾਸ਼। ਇਹ ਬੇਟਾ ਸਾਰੇ ਹੀ ਉਦਾਸ ਸ਼ਬਦ ਦੇ ਸਮਾਨ ਅਰਥ ਸ਼ਬਦ ਹਨ। ਅੱਗੇ ਹੈ ਉਪਕਾਰ। ਉਪਕਾਰ ਤੋਂ ਭਾਵ ਹੁੰਦਾ ਹੈ ਮਿਹਰਬਾਨੀ, ਨੇਕੀ, ਭਲਾਈ, ਅਹਿਸਾਨ। ਇਹ ਬੇਟਾ ਸਾਰੇ ਹੀ ਸਮਾਨ ਅਰਥ ਸ਼ਬਦ ਹਨ। ਅੱਗੇ ਹੈਗਾ ਉਪਯੋਗ। ਉਪਯੋਗ ਤੋਂ ਭਾਵ ਹੁੰਦਾ ਵਰਤੋਂ, ਲਾਭ ਜਾਂ ਇਸਤੇਮਾਲ। ਇਹ ਬੇਟਾ ਤਿੰਨੇ ਸ਼ਬਦ ਵੀ ਇਹ ਉਪਯੋਗ ਦੇ ਸਮਾਨਾਰਥਕ ਸ਼ਬਦ ਹਨ। ਅੱਗੇ ਬੇਟਾ ਅਸੀਂ ਗੱਲ ਕਰਦੇ ਹਾਂ ਜਿਹੜੇ ਹੋਰ ਸ਼ਬਦ ਨੇ। ਇਹ ਹੈਗਾ ਉਮੰਗ। ਉਮੰਗ ਤੋਂ ਭਾਵ ਹੁੰਦਾ ਉਤਸ਼ਾਹ, ਚਾਅ, ਇੱਛਾ ਜਾਂ ਤਾਂਘ। ਇਹ ਸਾਰੇ ਕੀ ਨੇ? ਸਮਾਨ ਅਰਥ ਰੱਖਣ ਵਾਲੇ ਸ਼ਬਦ ਹਨ ਭਾਵ ਇਹਨਾਂ ਦਾ ਅਰਥ ਜਿਹੜਾ ਸਮਾਨ ਹੈ। ਅੱਗੇ ਹੈਗਾ ਬੇਟਾ ਉਲਟਾ। ਉਲਟੇ ਨੂੰ ਅਸੀਂ ਪੁੱਠਾ ਵੀ ਕਹਿ ਸਕਦੇ ਹਾਂ, ਵਿਰੁੱਧ ਵੀ ਕਹਿ ਸਕਦੇ ਹਾਂ, ਮੂਧਾ ਵੀ ਕਹਿ ਸਕਦੇ ਹਾਂ। ਇਹ ਸਾਰੇ ਸਮਾਨ ਅਰਥ ਰੱਖਦੇ ਨੇ। ਅੱਗੇ ਹੈਗਾ ਊਣਾ। ਊਣਾ ਬੇਟਾ ਹੁੰਦਾ ਅਪੂਰਨ ਜਿਹੜਾ ਪੂਰਾ ਨਾ ਹੋਵੇ, ਅਧੂਰਾ, ਹੋਛਾ। ਇਹ ਸਾਰੇ ਸਮਾਨ ਅਰਥ ਸ਼ਬਦ ਹਨ। ਅੱਗੇ ਹੈਗਾ ਓਪਰਾ। ਓਪਰੇ ਦਾ ਹੁੰਦਾ ਬੇਟਾ ਅਰਥ ਬੇਗਾਨਾ, ਪਰਾਇਆ, ਗੈਰ ਜਾਂ ਬਾਹਰਲਾ। ਇਹ ਵੀ ਬੇਟਾ ਤਿੰਨੋਂ ਸਮਾਨ ਅਰਥ ਸ਼ਬਦ ਹਨ। ਅੱਗੇ ਹੈਗਾ ਓੜਕ। ਓੜਕ ਤੋਂ ਭਾਵ ਹੁੰਦਾ ਅਖੀਰ, ਅੰਤ, ਛੇਕੜ। ਅੱਗੇ ਹੈ ਅਕਲ। ਅਕਲ ਤੋਂ ਭਾਵ ਹੁੰਦਾ ਬੇਟਾ ਸਮਝ, ਮੱਤ, ਸਿਆਣਪ ਅਤੇ ਬੁੱਧੀ। ਅੱਗੇ ਹੈ ਬੇਟਾ ਅਸਮਾਨ। ਅਸਮਾਨ ਦੇ ਸਮਾਨ ਅਰਥ ਸ਼ਬਦ ਹਨ ਆਕਾਸ਼, ਗਗਨ, ਅੰਬਰ ਅਤੇ ਅਰਸ਼। ਇਹ ਸਾਰੇ ਬੇਟਾ ਇੱਕੋ ਅਰਥ ਰੱਖਦੇ ਨੇ। ਇਹਨਾਂ 'ਚੋਂ ਕੋਈ ਵੀ ਸ਼ਬਦ ਤੁਸੀਂ ਜੇ ਕੋਈ ਲੇਖ, ਅਰਜੀ, ਕਹਾਣੀ ਲਿਖਦੇ ਹੋ ਇਹਨਾਂ ਸ਼ਬਦਾਂ ਦੀ ਵਰਤੋਂ ਕਰ ਸਕਦੇ ਹੋ। ਅੱਗੇ ਹੈਗਾ ਬੇਟਾ ਅੱਖ। ਅੱਖ ਨੂੰ ਅਸੀਂ ਨੇਤਰ ਵੀ ਲਿਖ ਸਕਦੇ ਹਾਂ, ਨੈਣ ਵੀ ਲਿਖ ਸਕਦੇ ਹਾਂ ਅਤੇ ਲੋਚਨ ਵੀ ਲਿਖ ਸਕਦੇ ਹਾਂ। ਸੋ ਕਈ ਵਾਰੀ ਹੁੰਦਾ ਕਿ ਮੇਰੀ ਅੱਖ ਖਰਾਬ ਹੋ ਗਈ ਜਾਂ ਤੁਸੀਂ ਮੇਰਾ ਨੇਤਰ ਖਰਾਬ ਹੋ ਗਿਆ, ਮੇਰੇ ਨੈਣ ਖਰਾਬ ਹੋ ਗਏ, ਮੇਰੇ ਲੋਚਨ ਖਰਾਬ ਹੋ ਗਏ। ਇਸ ਤਰ੍ਹਾਂ ਵੀ ਇਹਨਾਂ ਨੂੰ ਕਿਤੇ ਵਰਤ ਸਕਦੇ ਹਾਂ। ਅੱਗੇ ਹੁੰਦਾ ਬੇਟਾ ਅੱਡ। ਅੱਡ ਤੋਂ ਭਾਵ ਹੁੰਦਾ ਵੱਖ, ਅਲੱਗ, ਜੁਦਾ ਜਾਂ ਭਿੰਨ। ਇਹਦੇ ਹੀ ਅਰਥ ਨੇ। ਅੱਡ ਜੇ ਕਿਤੇ ਲਿਖਣਾ ਪੈ ਜੇ ਨਾ ਤੁਸੀਂ ਵੱਖ ਵੀ ਲਿਖ ਸਕਦੇ ਹੋ, ਅਲੱਗ ਵੀ ਲਿਖ ਸਕਦੇ ਹਾਂ, ਜੁਦਾ ਵੀ ਲਿਖ ਸਕਦੇ ਹਾਂ ਅਤੇ ਭਿੰਨ ਵੀ ਲਿਖ ਸਕਦੇ ਹਾਂ। ਅੱਗੇ ਹੈਗਾ ਬੇਟਾ ਅੰਤਰ। ਅੰਤਰ ਤੋਂ ਕੀ ਭਾਵ ਹੁੰਦਾ? ਫਰਕ, ਭੇਦ, ਫਾਸਲਾ, ਵਿੱਥ। ਇਹ ਸਾਰੇ ਕੀ ਨੇ? ਸਮਾਨ ਅਰਥ ਨੇ। ਅੱਗੇ ਹੈ ਅਨਾਥ। ਅਨਾਥ ਤੋਂ ਭਾਵ ਹੁੰਦਾ ਬੇਟਾ ਯਤੀਮ, ਬੇਸਹਾਰਾ,
ਲਾਵਾਰਸ। ਇਹ ਬੇਟਾ ਇੱਕੋ ਅਰਥ ਰੱਖਣ ਵਾਲੇ ਸ਼ਬਦ ਹਨ। ਅੱਗੇ ਹੈਗਾ ਅਮਨ। ਅਮਨ ਤੋਂ ਭਾਵ ਹੁੰਦਾ ਸ਼ਾਂਤੀ, ਚੈਨ ਜਾਂ ਟਿਕਾ ਕਹਿ ਸਕਦੇ ਹਾਂ। ਅੱਗੇ ਹੈਗਾ ਬੇਟਾ ਅਮੀਰ। ਅਮੀਰ ਤੋਂ ਭਾਵ ਹੁੰਦਾ ਧਨਵਾਨ, ਜਿਹਦੇ ਕੋਲੇ ਪੈਸਾ ਹੋਵੇ। ਧਨਾੜ, ਦੌਲਤਮੰਦ। ਇਹ ਤਿੰਨੋਂ ਵੀ ਇੱਕੋ ਹੀ ਅਰਥ ਰੱਖਣ ਵਾਲੇ ਸ਼ਬਦ ਹਨ। ਅੱਗੇ ਹੈਗਾ ਅਰਥ। ਅਰਥ ਤੋਂ ਭਾਵ ਹੁੰਦਾ ਬੇਟਾ, ਜਿਵੇਂ ਅਸੀਂ ਗੱਲ ਕਰ ਰਹੇ ਹਾਂ ਅਰਥ ਤੋਂ, ਇਹਦਾ ਜਿਹੜਾ ਸਮਾਨਾਰਥਕ ਸ਼ਬਦ ਬਣਦਾ ਭਾਵ, ਮਤਲਬ, ਮਾਨਾ, ਜਿਹਨੂੰ ਅਸੀਂ ਨਾ ਮਾਇਨਾ ਵੀ ਕਹਿ ਦਿੰਦੇ ਹਾਂ। ਇੱਥੇ ਲਿਖਿਆ ਮਾਇਨਾ, ਐੜਾ ਮ ਐ ਨੰਨਾ, ਨੰਨੇ ਨੂੰ ਕਰਨਾ ਮਾਇਨਾ, ਮੰਤਵ। ਅੱਗੇ ਹੈਗਾ ਬੇਟਾ ਆਰੰਭ। ਆਰੰਭ ਤੋਂ ਭਾਵ ਹੁੰਦਾ ਆਦ ਜਾਂ ਸ਼ੁਰੂ ਜਾਂ ਮੁੱਢ, ਮੂਲ। ਇਹ ਸਾਰੇ ਕੀ ਇੱਕ ਅਰਥ ਰੱਖਣ ਵਾਲੇ ਸ਼ਬਦ ਹਨ। ਅੱਗੇ ਹੈਗਾ ਅਲੌਕਿਕ। ਅਲੌਕਿਕ ਹੁੰਦਾ ਬੇਟਾ ਅਨੋਖਾ, ਅਨੂਠਾ, ਅਦਭੁਤ ਜਾਂ ਅਲੋਕਾਰ। ਇਹ ਬੇਟਾ ਸਾਰੇ ਹੀ ਸ਼ਬਦ ਇੱਕ ਅਰਥ ਰੱਖਦੇ ਹਨ। ਅੱਗੇ ਹੈ ਆਜ਼ਾਦੀ। ਆਜ਼ਾਦੀ ਤੋਂ ਭਾਵ ਹੁੰਦਾ ਹੈ ਸੁਤੰਤਰਤਾ, ਸਵਾਧੀਨਤਾ, ਮੁਕਤੀ, ਰਿਹਾਈ। ਇਹ ਸਾਰੇ ਹੀ ਆਜ਼ਾਦੀ ਸ਼ਬਦ ਦੇ ਸਮਾਨ ਅਰਥ ਸ਼ਬਦ ਹਨ। ਆਥਣ। ਆਥਣ ਤੋਂ ਭਾਵ ਹੁੰਦਾ ਬੇਟਾ ਸ਼ਾਮ, ਸਾਂਝ, ਤਕਾਲਾਂ। ਅੱਗੇ ਹੈ ਔਖ। ਔਖ ਤੋਂ ਭਾਵ ਹੁੰਦਾ ਬੇਟਾ ਬਿਪਤਾ, ਕਠਿਨਾਈ, ਦੁੱਖ, ਸਮੱਸਿਆ, ਰੁਕਾਵਟ, ਅੜਚਨ, ਮੁਸ਼ਕਲ। ਇਹ ਸਾਰੇ ਸ਼ਬਦ ਇੱਕੋ ਅਰਥ ਰੱਖਦੇ ਹਨ। ਇਹਨਾਂ ਦਾ ਅਰਥ ਮੇਨ ਬਣਦਾ ਹੈ ਔਖ। ਅੱਗੇ ਹੈਗਾ ਬੇਟਾ ਇਸਤਰੀ। ਇਸਤਰੀ ਦਾ ਜਿਹੜਾ ਸਮਾਨ ਅਰਥ ਸ਼ਬਦ ਹੈ ਔਰਤ, ਜਨਾਨੀ, ਨਾਰੀ, ਤੀਵੀਂ, ਮਹਿਲਾ, ਤ੍ਰੀਮਤ। ਤ੍ਰੀਮਤ ਸ਼ਬਦ ਤੁਹਾਨੂੰ ਜੇ ਕਿਤੇ ਤੀਵੀਂ ਦੇ ਲਈ ਵਰਤਣਾ ਪਵੇ ਤਾਂ ਤੁਸੀਂ ਇਹਦੀ ਵਰਤੋਂ ਕਰ ਸਕਦੇ ਹੋ। ਅੱਗੇ ਹੈਗਾ ਬੇਟਾ ਇਕਰਾਰ। ਇਕਰਾਰ ਤੋਂ ਭਾਵ ਹੁੰਦਾ ਕੌਲ, ਵਚਨ, ਪ੍ਰਣ, ਪ੍ਰਤਿਗਿਆ। ਇਹ ਬੇਟਾ ਸਾਰੇ ਇਕਰਾਰ ਸ਼ਬਦ ਦੇ ਸਮਾਨਾਰਥਕ ਸ਼ਬਦ ਹਨ। ਅੱਗੇ ਹੈ ਇੱਛਾ। ਇੱਛਾ ਤੋਂ ਭਾਵ ਹੁੰਦਾ ਤਾਂਘ, ਉਮੰਗ, ਉਤਸ਼ਾਹ ਤੇ ਚਾਅ। ਇਹ ਵੀ ਕੀ ਨੇ ਸਮਾਨਾਰਥਕ ਸ਼ਬਦ ਹਨ। ਅੱਗੇ ਹੈ ਇਨਸਾਨ। ਇਨਸਾਨ ਦਾ ਸਮਾਨਾਰਥਕ ਸ਼ਬਦ ਹੈ ਆਦਮੀ, ਮਨੁੱਖ, ਬੰਦਾ, ਪੁਰਖ, ਮਾਨਵ। ਇਹ ਸਾਰੇ ਇਨਸਾਨ ਸ਼ਬਦ ਦੇ ਸਮਾਨਾਰਥਕ ਸ਼ਬਦ ਹਨ। ਅੱਗੇ ਹੈ ਸਸਤਾ। ਇਹਦਾ ਸਮਾਨਾਰਥਕ ਸ਼ਬਦ ਹੈ ਹੌਲਾ, ਹਲਕਾ, ਮਾਮੂਲੀ ਤੇ ਆਮ। ਇਹ ਬੇਟਾ ਸਸਤਾ ਸ਼ਬਦ ਦੇ ਸਮਾਨਾਰਥਕ ਸ਼ਬਦ ਹਨ। ਅੱਗੇ ਹੈ ਸਹਾਇਤਾ। ਸਹਾਇਤਾ ਦਾ ਸਮਾਨਾਰਥਕ ਸ਼ਬਦ ਹੈ ਮਦਦ, ਹਮਾਇਤ, ਸਮਰਥਨ। ਅੱਗੇ ਹੈ ਸਤਿਕਾਰ। ਸਤਿਕਾਰ ਦਾ ਸਮਾਨਾਰਥਕ ਸ਼ਬਦ ਹੈ ਇੱਜ਼ਤ, ਮਾਣ, ਆਦਰ, ਵਡਿਆਈ, ਆਓ ਭਗਤ। ਇਹ ਸਾਰੇ ਸਤਿਕਾਰ ਦੇ ਸਮਾਨਾਰਥਕ ਸ਼ਬਦ ਹਨ। ਜਿਵੇਂ ਅਸੀਂ ਕਹਿੰਦੇ ਹਾਂ ਕਿ ਉਹਨਾਂ ਨੇ ਘਰ ਆਏ ਮਹਿਮਾਨਾਂ ਦੀ ਬੜੀ ਆਓ ਭਗਤ ਕਰੀ। ਜੇ ਹੁਣ ਤੁਸੀਂ ਸਮਝਣਾ ਹੋਵੇ ਵੀ ਆਓ ਭਗਤ ਦਾ ਅਰਥ ਕੀ ਹੈ ਤਾਂ ਤੁਸੀਂ ਸਮਝ ਜਾਓਗੇ ਵੀ ਸਤਿਕਾਰ। ਭਾਈ ਉਹਨਾਂ ਨੇ ਘਰ ਆਏ ਮਹਿਮਾਨਾਂ ਦਾ ਬੜਾ ਸਤਿਕਾਰ ਕੀਤਾ। ਜੇ ਅਸੀਂ ਕਹੀਏ ਕਿ ਉਹਨਾਂ ਨੇ ਘਰ ਆਏ ਮਹਿਮਾਨਾਂ ਦਾ ਬੜਾ ਆਦਰ ਕੀਤਾ, ਸੋ ਬੇਟਾ ਜੇ ਤੁਹਾਨੂੰ ਆਦਰ ਦਾ ਅਰਥ ਪਤਾ ਹੋਏਗਾ ਕਿ ਇਹਦਾ ਅਰਥ ਹੁੰਦਾ ਹੈ ਸਤਿਕਾਰ, ਤਾਂ ਤੁਸੀਂ ਬੜੀ ਜਲਦੀ ਜਿਹੜੇ ਸ਼ਬਦ ਨੇ ਦੂਸਰੇ ਵਿਅਕਤੀ ਦੁਆਰਾ ਬੋਲੇ ਹੋਏ ਉਹਨਾਂ ਨੂੰ ਸਮਝ ਲਓਗੇ ਅਤੇ ਤੁਸੀਂ ਆਦਰ ਦਾ ਮਤਲਬ ਸਮਝ ਜਾਓਗੇ ਕਿ ਸਤਿਕਾਰ। ਤੁਸੀਂ ਸੋਚੋਗੇ ਕਿ ਉਹਨਾਂ ਨੇ ਘਰ ਆਏ ਮਹਿਮਾਨਾਂ ਦਾ ਬੜਾ ਸਤਿਕਾਰ ਕੀਤਾ। ਅੱਗੇ ਹੈ ਬੇਟਾ ਸਬਰ। ਸਬਰ ਹੁੰਦਾ ਸੰਤੋਖ, ਤ੍ਰਿਪਤੀ, ਧੀਰਜ, ਟਿਕਾ, ਰੱਜ। ਆਪਾਂ ਕਹਿੰਦੇ ਵੀ ਰੋਟੀ ਖਾ ਕੇ ਸਬਰ ਆ ਗਿਆ। ਕਈ ਵਾਰੀ ਆਪਾਂ ਕਹਿੰਦੇ ਹਾਂ ਭਾਈ ਧੀਰਜ ਨਹੀਂ ਹੈ, ਇਹਨੂੰ ਇੰਨਾ ਖਾ ਲਿਆ, ਮਤਲਬ ਇਹਨੂੰ ਸਬਰ ਨਹੀਂ ਹੈ। ਤ੍ਰਿਪਤੀ ਅਸੀਂ ਕਹੀਏ ਕਿ ਮੈਂ 4 ਰੋਟੀਆਂ ਖਾ ਕੇ ਮੇਰੀ ਤ੍ਰਿਪਤੀ ਹੋ ਜਾਂਦੀ ਹੈ, ਭਾਵ ਮੈਨੂੰ ਸਬਰ ਆ ਜਾਂਦਾ। ਅਤੇ ਕਈ ਬੰਦੇ ਕਹਿੰਦੇ ਕਿ ਮੈਂ 10 ਰੋਟੀਆਂ ਖਾ ਕੇ ਵੀ ਮੇਰੀ ਤ੍ਰਿਪਤੀ ਨਹੀਂ ਹੁੰਦੀ, ਵੀ ਮੈਨੂੰ 10 ਰੋਟੀਆਂ ਖਾ ਕੇ ਵੀ ਸਬਰ ਨਹੀਂ ਆਉਂਦਾ। ਸੋ ਬੇਟਾ ਇਹ ਸਮਾਨਾਰਥਕ ਸ਼ਬਦ ਹਨ। ਅੱਗੇ ਹੈ ਸੱਭਿਅਤਾ। ਸੱਭਿਅਤਾ ਹੁੰਦੀ ਹੈ ਬੇਟਾ ਤਹਿਜੀਬ, ਵੀ ਇਹ ਕੈਸੀ ਤਹਿਜੀਬ ਆ ਪੰਜਾਬੀ ਕਲਚਰ ਦੀ। ਸ਼ਿਸ਼ਟਾਚਾਰ, ਜਿਹਨੂੰ ਬੋਲਦੇ ਸ਼ਿਸ਼ਟਾਚਾਰ। ਸੱਸੇ ਨੂੰ ਸਿਹਾਰੀ ਪੈਰ 'ਚ ਬਿੰਦੀ, ਸੱਸਾ ਸੱਸੇ ਦੇ ਪੈਰ 'ਚ ਬਿੰਦੀ। ਸ਼ਿਸ਼ਟਾ, ਚੱਚੇ ਨੂੰ ਕਰਨਾ ਰਾਰਾ ਚਾਰ। ਸ਼ਿਸ਼ਟਾਚਾਰ, ਸੱਭਿਅਤਾ। ਇਹ ਵੀ ਸੱਭਿਅਤਾ ਹੀ ਹੁੰਦੀ ਹੈ। ਤਮੀਜ਼,
ਇਹ ਵੀ ਸੱਭਿਅਤਾ ਦਾ ਹੀ ਮੇਲ ਖਾਂਦਾ ਸ਼ਬਦ ਹੈ। ਸੁਚੱਜਤਾ, ਜਿਹੜੀ ਸੁਚੱਜਤਾ ਸ਼ਬਦ ਆ ਬੇਟਾ ਇਹ ਵੀ ਸੱਭਿਅਤਾ ਸ਼ਬਦ ਦਾ ਸਮਾਨਾਰਥਕ ਸ਼ਬਦ ਹੈ। ਅੱਗੇ ਹੈਗਾ ਬੇਟਾ ਸਰੀਰ। ਸਰੀਰ ਦਾ ਸਮਾਨਾਰਥਕ ਸ਼ਬਦ ਹੈ ਤਨ, ਦੇਹ, ਜਿਸਮ, ਬਦਨ, ਜੁੱਸਾ, ਕਾਇਆ, ਵਜੂਦ। ਇਹ ਵੀ ਬੇਟਾ ਸਾਰੇ ਜਿਹੜੇ ਸ਼ਬਦ ਨੇ ਸਰੀਰ ਦੇ ਸਮਾਨਾਰਥਕ ਸ਼ਬਦ ਹਨ। ਜੇਕਰ ਸਰੀਰ ਸ਼ਬਦ ਲਈ ਬੇਟਾ ਇਹਨਾਂ 'ਚੋਂ ਤੁਸੀਂ ਕੋਈ ਵੀ ਸ਼ਬਦ ਵਰਤ ਲੈਂਦੇ ਹੋ ਤਾਂ ਉਹ ਬਿਲਕੁਲ ਠੀਕ ਹੋਵੇਗਾ, ਢੁਕਵਾਂ ਹੋਵੇਗਾ, ਉਹਦਾ ਅਰਥ ਸਰੀਰ ਹੀ ਹੋਵੇਗਾ। ਚਾਹੇ ਤੁਸੀਂ ਬਦਨ ਲਿਖ ਦਿਓ, ਚਾਹੇ ਜੁੱਸਾ ਲਿਖ ਦਿਓ, ਚਾਹੇ ਜਿਸਮ ਲਿਖ ਦਿਓ, ਚਾਹੇ ਕਾਇਆ ਲਿਖ ਦਿਓ ਅਤੇ ਚਾਹੇ ਲਿਖ ਦਿਓ ਵਜੂਦ, ਉਹਦਾ ਅਰਥ ਕੀ ਸਮਝਿਆ ਜਾਵੇਗਾ? ਸਰੀਰ। ਅੱਗੇ ਹੈਗਾ ਬੇਟਾ ਸੰਯੋਗ। ਸੰਯੋਗ ਤੋਂ ਭਾਵ ਹੁੰਦਾ ਮੇਲ, ਸੰਗਮ ਜਾਂ ਢੋਅ। ਸੋ ਬੇਟਾ ਇਹ ਉਹ ਸ਼ਬਦ ਨੇ ਜਿਹੜੇ ਆਪਣਾ ਅਰਥ ਸਮਾਨ ਰੱਖਦੇ ਹਨ। ਅੱਗੇ ਹੈਗਾ ਬੇਟਾ ਸਾਫ। ਸਾਫ ਦਾ ਅਰਥ ਹੁੰਦਾ ਹੈ ਉੱਜਲ, ਨਿਰਮਲ, ਸਵੱਛ। ਅੱਗੇ ਹੈਗਾ ਸੂਖਮ। ਸੂਖਮ ਦਾ ਭਾਵ ਹੁੰਦਾ ਬੇਟਾ ਬਰੀਕ, ਨਾਜ਼ੁਕ, ਕੋਮਲ ਜਾਂ ਪਤਲਾ। ਅੱਗੇ ਹੈਗਾ ਬੇਟਾ ਸੂਰਵੀਰ। ਇਹਦਾ ਅਰਥ ਹੈ ਬਹਾਦਰ, ਵੀਰ, ਸੂਰਮਾ, ਬਲਵਾਨ, ਦਲੇਰ, ਯੋਧਾ, ਬਰਿਆਮ। ਇਹ ਬੇਟਾ ਸਾਰੇ ਹੀ ਇੱਕ ਅਰਥ ਰੱਖਦੇ ਸ਼ਬਦ ਹਨ। ਅੱਗੇ ਹੈਗਾ ਸੋਹਣਾ। ਸੋਹਣੇ ਦਾ ਹੁੰਦਾ ਹੈ ਬੇਟਾ ਅਰਥ ਖੂਬਸੂਰਤ, ਸੁੰਦਰ, ਮਨੋਹਰ, ਆਕਰਸ਼ਕ। ਇਹ ਸਾਰੇ ਸ਼ਬਦ ਬੇਟਾ ਜੇ ਕਿਤੇ ਤੁਸੀਂ ਕਿਸੇ ਚੀਜ਼ ਲਈ ਸੋਹਣੇ ਹੋਣ ਬਾਰੇ, ਕਿਸੇ ਦੀ ਸੁਹੱਪਣ ਬਾਰੇ ਗੱਲ ਕਰਨੀ ਹੋਵੇ ਤਾਂ ਖੂਬਸੂਰਤ, ਸੁੰਦਰ, ਮਨੋਹਰ, ਆਕਰਸ਼ਕ ਇਹ ਸ਼ਬਦ ਨੇ ਜਿਹੜੇ ਇਹਨਾਂ ਦੀ ਵਰਤੋਂ ਕਰ ਸਕਦੇ ਹੋ, ਕਿਉਂਕਿ ਇਹਨਾਂ ਦਾ ਅਰਥ ਸੋਹਣਾ ਹੀ ਹੁੰਦੇ ਹਨ। ਅੱਗੇ ਹੈਗਾ ਬੇਟਾ ਹਵਾ। ਹਵਾ ਦਾ ਸਮਾਨਾਰਥ ਸ਼ਬਦ ਹੈ ਪੌਣ, ਸਮੀਰ, ਵਾਯੂ। ਕਿਤੇ ਤੁਸੀਂ ਕਹੋ ਵੀ ਬੜੀ ਠੰਡੀ ਸਮੀਰ ਚੱਲ ਰਹੀ ਆ ਅਤੇ ਲੋਕ ਜਿਹਨੂੰ ਨਹੀਂ ਅਰਥ ਪਤਾ ਅਤੇ ਉਹ ਕਹਿਣਗੇ ਪਤਾ ਨਹੀਂ ਕੀ ਕਹਿ ਰਹੇ ਨੇ, ਅਤੇ ਜਿਹਨੂੰ ਪਤਾ ਹੈ ਕਿ ਇਸ ਦਾ ਅਰਥ ਹਵਾ ਹੈ ਅਤੇ ਉਹ ਕਹਿਣਗੇ ਹਾਂਜੀ ਬਿਲਕੁਲ ਬੜੀ ਖੂਬਸੂਰਤ ਪੌਣ ਹੈ। ਕੋਈ ਕਹੂਗਾ ਹਾਂਜੀ ਬੜੀ ਖੂਬਸੂਰਤ ਵਾਯੂ ਚੱਲ ਰਹੀ ਹੈ। ਸੋ ਬੇਟਾ ਇਹ ਸਾਰੇ ਸ਼ਬਦ ਨੇ ਜਿਹੜੇ ਉਹ ਹਵਾ ਨਾਲ ਸੰਬੰਧ ਰੱਖਦੇ ਹਨ। ਅੱਗੇ ਹੈ ਜੀ ਹੁਸ਼ਿਆਰ। ਜਿਵੇਂ ਅਸੀਂ ਕਹਿੰਦੇ ਹਾਂ ਕਿ ਉਹ ਮੁੰਡਾ ਬਹੁਤ ਹੁਸ਼ਿਆਰ ਹੈ, ਜਾਂ ਅਸੀਂ ਉਹਦੇ ਲਈ ਵਰਤਣਾ ਹੋਵੇ ਹੋਰ ਸ਼ਬਦ ਉਹ ਹੋ ਸਕਦਾ ਹੈ ਚਲਾਕ, ਤੇਜ਼, ਸੁਜਾਨ, ਚੌਕਸ, ਚੁਕੰਨਾ, ਸਜੱਗ ਜਾਂ ਚਤਰ। ਇਹ ਬੇਟਾ ਸਾਰੇ ਹੀ ਹੁਸ਼ਿਆਰ ਸ਼ਬਦ ਦੇ ਸਮਾਨਾਰਥਕ ਸ਼ਬਦ ਹਨ। ਅੱਗੇ ਹੈ ਕਮਜ਼ੋਰ। ਕਮਜ਼ੋਰ ਤੋਂ ਭਾਵ ਹੈ ਮਾੜਾ, ਨਿਰਬਲ, ਪਤਲਾ ਜਾਂ ਮਾੜਛੂ। ਇਹ ਬੇਟਾ ਜਿਹੜੇ ਸ਼ਬਦ ਨੇ ਇਹ ਕਮਜ਼ੋਰ ਸ਼ਬਦ ਦੇ ਸਮਾਨਾਰਥਕ ਸ਼ਬਦ ਹਨ। ਅੱਗੇ ਹੈ ਕੋਮਲ। ਕੋਮਲ ਤੋਂ ਭਾਵ ਹੁੰਦਾ ਨਾਜ਼ੁਕ, ਪਤਲਾ, ਬਰੀਕ, ਸੂਖਮ। ਅੱਗੇ ਹੈ ਬੇਟਾ ਗੁੱਸਾ। ਗੁੱਸੇ ਤੋਂ ਭਾਵ ਹੁੰਦਾ ਕ੍ਰੋਧ, ਨਾਰਾਜ਼ਗੀ, ਕਹਿਰ। ਅੱਗੇ ਹੈ ਚਾਨਣ। ਚਾਨਣ ਦਾ ਹੋਰ ਅਰਥ ਹੈ ਪ੍ਰਕਾਸ਼, ਰੌਸ਼ਨੀ, ਲੋ, ਉਜਾਲਾ। ਅੱਗੇ ਹੈ ਛੋਟਾ। ਛੋਟੇ ਤੋਂ ਭਾਵ ਹੁੰਦਾ ਨਿੱਕਾ, ਅਲਪ, ਲਘੂ। ਇਹ ਵੀ ਬੇਟਾ ਛੋਟਾ ਸ਼ਬਦ ਦੇ ਸਮਾਨਾਰਥ ਸ਼ਬਦ ਹਨ। ਅੱਗੇ ਹੈਗਾ ਜਾਨ। ਜਾਨ ਹੁੰਦੀ ਹੈ ਜ਼ਿੰਦਗੀ, ਜੀਵਨ, ਪ੍ਰਾਣ, ਜਿੰਦ। ਅੱਗੇ ਹੈ ਬੇਟਾ ਜਿਸਮ। ਜਿਸਮ ਕੀ ਹੈ? ਸਰੀਰ, ਤਨ, ਦੇਹ, ਜੁੱਸਾ, ਕਾਇਆ, ਬਦਨ, ਵਜੂਦ। ਇਹ ਬੇਟਾ ਸਾਰੇ ਜਿਹੜੇ ਸ਼ਬਦ ਨੇ ਉਹ ਕੀ ਹਨ? ਇੱਕ ਅਰਥ ਰੱਖਣ ਵਾਲੇ ਜਾਂ ਸਮਾਨ ਅਰਥ ਸ਼ਬਦ ਹਨ। ਸੋ ਇਹ ਜੱਜੇ ਅੱਖਰ ਤੱਕ ਜਿਹੜੇ ਤੁਹਾਨੂੰ ਵਿਆਕਰਨ ਦੇ ਵਿੱਚ ਬੇਟਾ ਸਿਲੇਬਸ ਦਿੱਤਾ ਹੋਇਆ ਵੀ ਤੁਸੀਂ ਜੱਜੇ ਅੱਖਰ ਤੱਕ ਇਹ ਟਰਮ 2 ਦੇ ਸਿਲੇਬਸ ਵਿੱਚ ਪੜ੍ਹਨਾ ਹੈ। ਸੋ ਆਓ ਅੱਗੇ ਪੜ੍ਹਦੇ ਹਾਂ ਠਰੰਮਾ। ਠਰੰਮਾ ਹੁੰਦਾ ਬੇਟਾ ਧੀਰਜ, ਸ਼ਾਂਤੀ, ਸਬਰ, ਟਿਕਾ। ਆਪਾਂ ਕਹਿੰਦੇ ਹਾਂ ਭਾਈ ਧੀਰਜ ਰੱਖ, ਕੋਈ ਕਹਿੰਦਾ ਭਾਈ ਸ਼ਾਂਤੀ ਰੱਖ, ਕੋਈ ਬੋਲਦਾ ਭਾਈ ਸਬਰ ਰੱਖ, ਕੋਈ ਕਹਿੰਦਾ ਭਾਈ ਟਿਕਾ ਰੱਖ। ਜਿਵੇਂ ਅਸੀਂ ਕਿਤੇ ਇਕੱਠ 'ਤੇ ਜਾਂਦੇ ਹਾਂ, ਭੀੜ 'ਚ ਜਾਂਦੇ ਹਾਂ, ਲਾਈਨ 'ਚ ਲੱਗੇ ਹੋਏ ਹਾਂ, ਅਤੇ ਉੱਥੇ ਬੇਟਾ ਇਹ ਜਿਹੜੇ ਸ਼ਬਦ ਵਰਤੇ ਜਾਂਦੇ ਨੇ। ਅੱਗੇ ਹੁੰਦਾ ਹੈ ਠੀਕ। ਠੀਕ ਦਾ ਅਰਥ ਹੈ ਸਹੀ, ਦਰੁਸਤ, ਉਚਿਤ, ਢੁਕਵਾਂ, ਯੋਗ। ਇਹ ਬੇਟਾ ਸਾਰੇ ਸਮਾਨਾਰਥ ਸ਼ਬਦ ਹਨ। ਅੱਗੇ ਹੈ ਤਰੱਕੀ। ਤਰੱਕੀ ਦੇ ਸਮਾਨਾਰਥਕ ਸ਼ਬਦ ਹਨ ਵਿਕਾਸ, ਉੱਨਤੀ,
ਪ੍ਰਗਤੀ, ਵਾਧਾ, ਖੁਸ਼ਹਾਲੀ। ਅੱਗੇ ਹੈਗਾ ਬੇਟਾ ਤਾਕਤ। ਤਾਕਤ ਤੋਂ ਭਾਵ ਹੈ ਸ਼ਕਤੀ, ਜ਼ੋਰ, ਬਲ, ਸਮਰੱਥਾ। ਇਹ ਬੇਟਾ ਸਾਰੇ ਸਮਾਨਾਰਥਕ ਸ਼ਬਦ ਹਨ। ਦੁਸ਼ਮਣ, ਦੁਸ਼ਮਣ ਤੋਂ ਭਾਵ ਹੁੰਦਾ ਹੈ ਬੈਰੀ, ਵਿਰੋਧੀ, ਸ਼ਤਰੂ। ਇਹ ਸਾਰੇ ਸਮਾਨ ਅਰਥ ਰੱਖਣ ਵਾਲੇ ਸ਼ਬਦ ਹਨ। ਅੱਗੇ ਹੈਗਾ ਦੋਸਤੀ। ਦੋਸਤੀ ਤੋਂ ਭਾਵ ਹੈ ਯਾਰੀ, ਮਿੱਤਰਤਾ, ਸੱਜਣਤਾ। ਇਹ ਸਾਰੇ ਸਮਾਨ ਅਰਥ ਸ਼ਬਦ ਹਨ। ਅੱਗੇ ਹੈ ਧਰਤੀ। ਧਰਤੀ ਦਾ ਹੈ ਜ਼ਮੀਨ, ਭੌਂ, ਭੂਮੀ, ਪ੍ਰਿਥਵੀ। ਅੱਗੇ ਹੈ ਨਿਰਧਨ, ਗਰੀਬ, ਕੰਗਾਲ, ਤੰਗ। ਨਿਰਧਨ ਦਾ ਅਰਥ ਹੁੰਦਾ ਹੈ ਬੇਟਾ ਜਿਹਦੇ ਕੋਲੇ ਧਨ ਬਹੁਤ ਘੱਟ ਹੋਵੇ ਜਾਂ ਨਾ ਮਾਤਰ ਹੋਵੇ, ਵੀ ਹੋਵੇ ਹੀ ਨਾ। ਅੱਗੇ ਹੈਗਾ ਨਿਰਮਲ। ਨਿਰਮਲ ਤੋਂ ਭਾਵ ਹੁੰਦਾ ਹੈ ਸਾਫ, ਸ਼ੁੱਧ, ਸੁਥਰਾ, ਸਵੱਛ। ਇਹ ਬੇਟਾ ਨਿਰਮਲ ਸ਼ਬਦ ਦੇ ਸਮਾਨ ਅਰਥਕ ਸ਼ਬਦ ਹਨ। ਅੱਗੇ ਹੈ ਨੇਕੀ। ਨੇਕੀ ਤੋਂ ਭਾਵ ਹੈ ਭਲਾਈ, ਉਪਕਾਰ, ਚੰਗਿਆਈ। ਇਹ ਜਿਹੜੇ ਤਿੰਨੋਂ ਸ਼ਬਦ ਨੇ ਬੇਟਾ ਨੇਕੀ ਦੇ ਸਮਾਨ ਅਰਥ ਸ਼ਬਦ ਹਨ। ਅੱਗੇ ਹੈ ਪ੍ਰਸ਼ੰਸਾ। ਪ੍ਰਸ਼ੰਸਾ ਦਾ ਭਾਵ ਹੈ ਸ਼ਲਾਘਾ, ਉਪਮਾ, ਵਡਿਆਈ। ਅੱਗੇ ਹੈ ਪਹਿਰਾਵਾ। ਪਹਿਰਾਵਾ ਤੋਂ ਭਾਵ ਹੈ ਪੁਸ਼ਾਕ, ਕੱਪੜੇ, ਵਸਤਰ। ਅੱਗੇ ਹੈ ਪਰਖ। ਪਰਖ ਤੋਂ ਕੀ ਭਾਵ ਹੈ ਇਮਤਿਹਾਨ, ਪ੍ਰੀਖਿਆ, ਜਾਂਚ, ਪੜਤਾਲ, ਅਜਮਾਇਸ਼। ਇਹ ਜਿਹੜਾ ਅਜਮਾਇਸ਼ ਸ਼ਬਦ ਆ ਬੇਟਾ ਅਤੇ ਪੜਤਾਲ, ਇਹ ਪਰਖ ਸ਼ਬਦ ਦੇ ਸਮਾਨਾਰਥਕ ਸ਼ਬਦ ਹਨ। ਅੱਗੇ ਹੈ ਫੁੱਲ। ਫੁੱਲ ਤੋਂ ਭਾਵ ਹੁੰਦਾ ਹੈ ਪੁਸ਼ਪ, ਸੁਮਨ, ਕੁਸਮ। ਇਹ ਫੁੱਲ ਦੇ ਬੇਟਾ ਅਰਥ ਨੇ। ਕਈ ਵਾਰੀ ਸੁਮਨ ਅਤੇ ਕੁਸਮ ਸ਼ਬਦ ਆ ਜਾਂਦਾ, ਅਸੀਂ ਇਹਦੇ ਅਰਥ ਨਾ ਜਾਣਦੇ ਹੋਏ ਆਪਣੀ ਗੱਲਬਾਤ ਨੂੰ ਓਨਾ ਸਪਸ਼ਟ ਨਹੀਂ ਸਮਝ ਪਾਉਂਦੇ। ਅੱਗੇ ਹੈ ਬਹਾਦਰ। ਬਹਾਦਰ ਤੋਂ ਭਾਵ ਹੁੰਦਾ ਹੈ ਵੀਰ, ਸੂਰਮਾ, ਦਲੇਰ, ਬਲਵਾਨ, ਬਰਿਆਮ। ਇਹ ਬੇਟਾ ਬਹਾਦਰ ਸ਼ਬਦ ਦੇ ਸਮਾਨਾਰਥਕ ਸ਼ਬਦ ਹਨ। ਅੱਗੇ ਹੈ ਮਦਦ। ਮਦਦ ਤੋਂ ਭਾਵ ਹੁੰਦਾ ਹੈ ਸਹਾਇਤਾ, ਹਮਾਇਤ, ਸਮਰਥਨ। ਜਿਵੇਂ ਆਪਾਂ ਕਹਿੰਦੇ ਉਹਨੇ ਮੇਰੀ ਸਹਾਇਤਾ ਕੀਤੀ, ਜਾਂ ਕੋਈ ਕਹਿੰਦਾ ਉਹਨੇ ਮੇਰੀ ਹਮਾਇਤ ਕੀਤੀ, ਜਾਂ ਕੋਈ ਬੰਦਾ ਕਹਿੰਦਾ ਕਿ ਉਹਨੇ ਮੇਰਾ ਸਮਰਥਨ ਕੀਤਾ। ਅੱਗੇ ਹੈਗਾ ਬੇਟਾ ਮੰਤਵ। ਮੰਤਵ ਦਾ ਮਤਲਬ ਹੁੰਦਾ ਹੈ ਮਨੋਰਥ, ਆਸਾ, ਨਿਸ਼ਾਨਾ, ਵੀ ਤੁਹਾਡਾ ਟਾਰਗੇਟ ਕੀ ਹੈ, ਜਿਹਨੂੰ ਇੰਗਲਿਸ਼ ਦੇ ਅਸੀਂ ਗੋਲ ਬੋਲਦੇ ਹਾਂ। ਅੱਗੇ ਹੈਗਾ ਮਿੱਤਰ। ਮਿੱਤਰ ਤੋਂ ਭਾਵ ਹੈ ਦੋਸਤ, ਆੜੀ, ਸੱਜਣ, ਯਾਰ, ਬੇਲੀ। ਸੋ ਬੇਟਾ ਮਿੱਤਰ ਸ਼ਬਦ ਦੇ ਇਹ ਸਮਾਨਾਰਥਕ ਸ਼ਬਦ ਹਨ। ਸੋ ਕੁਝ ਕੁ ਸ਼ਬਦ ਹੋਰ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਇਸ ਵਿਆਕਰਨ ਭਾਗ ਦੇ ਵਿੱਚ ਸਮਾਨਾਰਥ ਸ਼ਬਦਾਂ ਦੇ ਵਿੱਚ। ਮੀਂਹ। ਮੀਂਹ ਤੋਂ ਭਾਵ ਹੈ ਬੇਟਾ ਵਰਖਾ, ਬਰਸਾਤ ਅਤੇ ਬਾਰਿਸ਼। ਇਹ ਮੀਂਹ ਦੇ ਸਮਾਨਾਰਥਕ ਸ਼ਬਦ ਹਨ। ਅੱਗੇ ਹੈ ਮੁਸ਼ਕਲ। ਮੁਸ਼ਕਲ ਤੋਂ ਭਾਵ ਹੈ ਕਠਿਨਾਈ, ਔਖ, ਪਰੇਸ਼ਾਨੀ, ਸਮੱਸਿਆ, ਰੁਕਾਵਟ, ਅੜਚਨ, ਉਲਝਣ ਜਾਂ ਬਿਪਤਾ। ਸੋ ਬੇਟਾ ਇਹ ਦੇਖੋ ਮੁਸ਼ਕਲ ਦੇ ਕਿੰਨੇ ਅਰਥ ਨੇ। ਬਿਪਤਾ ਦਾ ਵੀ ਉਹੀ ਅਰਥ ਹੈ, ਉਲਝਣ ਦਾ ਵੀ ਉਹੀ ਅਰਥ ਹੈ, ਅੜਚਨ ਦਾ ਵੀ ਉਹੀ ਅਰਥ ਹੈ, ਰੁਕਾਵਟ ਦਾ ਵੀ ਉਹੀ ਅਰਥ ਹੈ, ਸਮੱਸਿਆ ਦਾ ਵੀ ਉਹੀ ਅਰਥ ਹੈ, ਪਰੇਸ਼ਾਨੀ ਦਾ ਵੀ ਉਹੀ ਅਰਥ ਹੈ, ਔਖ ਅਤੇ ਕਠਿਨਾਈ ਤੋਂ ਵੀ ਭਾਵ ਮੁਸ਼ਕਲ ਹੀ ਹੁੰਦਾ ਹੈ। ਅੱਗੇ ਹੈ ਵਚਨ। ਵਚਨ ਤੋਂ ਭਾਵ ਹੈ ਕੌਲ, ਇਕਰਾਰ, ਪ੍ਰਤਿੱਗਿਆ, ਪ੍ਰਣ, ਜਿਹਨੂੰ ਅਸੀਂ ਇੰਗਲਿਸ਼ 'ਚ ਪ੍ਰੋਮਿਸ ਬੋਲਦੇ ਹਾਂ। ਆਪਾਂ ਕਹਿੰਦਾ ਭਾਈ ਕੌਲ ਕਰ, ਮੈਂ ਇਹ ਚੀਜ਼ ਨੂੰ ਕਰੂੰਗਾ, ਮੈਂ ਮੁੱਕਰੂੰਗਾ ਨਹੀਂ, ਇਕਰਾਰ ਕਰ ਜਾਂ ਪ੍ਰਤਿੱਗਿਆ ਕਰ ਜਾਂ ਪ੍ਰਣ ਲੈ। ਸੋ ਬੇਟਾ ਪ੍ਰਣ ਵਚਨ ਨੂੰ ਹੀ ਕਿਹਾ ਜਾਂਦਾ ਹੈ। ਅੱਗੇ ਹੈ ਸ਼ਰਮ। ਸ਼ਰਮ ਤੋਂ ਭਾਵ ਹੁੰਦਾ ਹੈ ਸੰਕੋਚ, ਲੱਜਿਆ, ਸੰਗ, ਝਿਜਕ। ਅਗਲਾ ਕਹਿੰਦਾ ਤੈਨੂੰ ਸੰਕੋਚ ਨਹੀਂ ਆਉਂਦੀ, ਤੈਨੂੰ ਲੱਜਿਆ ਨਹੀਂ ਆਈ, ਤੈਨੂੰ ਸੰਗ ਨਹੀਂ ਆਈ, ਤੈਨੂੰ ਝਿਜਕ ਨਹੀਂ ਆਈ। ਸੋ ਬੇਟਾ ਇਹ ਸਾਰੀਆਂ ਚੀਜ਼ਾਂ ਨੂੰ ਸ਼ਰਮ ਹੀ ਸਮਝਿਆ ਜਾਂਦਾ ਜਦੋਂ ਵੀ ਅਸੀਂ ਕਿਤੇ ਗੱਲਬਾਤ 'ਚ ਇਹਨਾਂ ਨੂੰ ਬੋਲਦੇ ਹਾਂ। ਅੱਗੇ ਹੈ ਸ਼ਾਮ। ਸ਼ਾਮ ਤੋਂ ਭਾਵ ਹੈ ਸੰਝ, ਤਕਾਲਾਂ ਜਾਂ ਆਥਣ। ਇਸ ਕੇ ਭਾਈ ਆਥਣ ਹੋ ਗਈ ਦਾ ਮਤਲਬ ਕੀ ਹੋ ਗਿਆ, ਸ਼ਾਮ ਹੋ ਗਈ। ਜੇ ਕਿਸੇ ਨੇ ਕਹਿਤਾ ਪੁਰਾਣੇ ਜਿਹੜੇ ਸਾਡੇ ਭਾਸ਼ਾ ਦੇ ਵਿੱਚ ਬੋਲੇ ਜਾਣ ਵਾਲੇ ਸ਼ਬਦ ਹੁੰਦੇ ਸੀ, ਉਹ ਹੁੰਦੇ ਸੀ ਤਕਾਲਾਂ ਵੇਲੇ ਮਿਲਦੇ ਹਾਂ। ਕਹਿੰਦਾ ਤਕਾਲਾਂ ਵੇਲੇ ਜੇ ਹੁਣ ਬੋਲ ਦਈਏ, ਜੇ ਸਾਨੂੰ ਇਹਦਾ ਅਰਥ ਨਹੀਂ ਪਤਾ
ਤਾਂ ਅਸੀਂ ਤਕਾਲਾਂ ਨੂੰ ਹੋ ਸਕਦਾ ਸਵੇਰ ਸਮਝ ਜੀਏ। ਸੋ ਬੇਟਾ ਜਿਹੜੇ ਬੱਚਿਆਂ ਨੂੰ ਇਹਨਾਂ ਦੇ ਅਰਥ ਆਉਂਦੇ ਹੋਣਗੇ ਉਹ ਸਮਝਣਗੇ ਕਿ ਸ਼ਾਮ ਦੀ ਗੱਲ ਹੋ ਰਹੀ ਹੈ। ਜੇ ਕੀ ਹੈ ਵੀ ਚਲੋ ਭਾਈ ਹੁਣ ਸਾਂਝ ਵੇਲੇ ਕਰਾਂਗੇ ਬਾਕੀ ਕੰਮ, ਤਾਂ ਅਸੀਂ ਉਹਦਾ ਅਰਥ ਸਮਝਾਂ ਕਿ ਹੁਣ ਜਿਹੜਾ ਕੰਮ ਰਹਿ ਗਿਆ ਅਸੀਂ ਉਹਨੂੰ ਸਵੇਰੇ ਨਾ ਕਰਕੇ ਸ਼ਾਮ ਨੂੰ ਕਰਾਂਗੇ ਸਾਂਝ ਵੇਲੇ। ਸੋ ਅੱਗੇ ਹੈਗਾ ਬੇਟਾ ਖਰਾਬ। ਖਰਾਬ ਦਾ ਅਰਥ ਹੈ ਗੰਦਾ, ਮੰਦਾ, ਭੈੜਾ ਜਾਂ ਬੁਰਾ। ਅੱਗੇ ਹੈਗਾ ਬੇਟਾ ਖੁਸ਼ੀ। ਖੁਸ਼ੀ ਤੋਂ ਭਾਵ ਹੈ ਪ੍ਰਸੰਨਤਾ, ਆਨੰਦ, ਸਰੂਰ। ਹੁਣ ਦੇਖੋ ਜਿਹੜਾ ਸਰੂਰ ਸ਼ਬਦ ਹੈ ਇਹਨੂੰ ਅਸੀਂ ਖੁਸ਼ੀ ਦੇ ਵਿੱਚ ਲੈ ਕੇ ਜਾਂਦੇ ਹਾਂ। ਕਹਿੰਦੇ ਵੀ ਉਹਨੂੰ ਖੁਸ਼ੀ ਬੜੀ ਚੜ੍ਹੀ ਹੈ ਜਾਂ ਉਹਨੂੰ ਬੜਾ ਸਰੂਰ ਚੜ੍ਹਿਆ, ਖੁਸ਼ੀ ਦਾ ਆਨੰਦ, ਜਿਵੇਂ ਅਸੀਂ ਕਹਿੰਦੇ ਖੁਸ਼ੀ ਚੜ੍ਹੀ ਹੈ ਉਹਨੂੰ। ਅੱਗੇ ਹੈਗਾ ਗਰੀਬੀ। ਗਰੀਬੀ ਦਾ ਬੇਟਾ ਸਮਾਨਾਰਥਕ ਸ਼ਬਦ ਹੈ ਕੰਗਾਲੀ, ਥੁੜ, ਨਿਰਧਨਤਾ। ਜਿਵੇਂ ਅਸੀਂ ਬੋਲਦੇ ਹਾਂ ਵੀ ਜਿਹਦੇ ਕੋਲੇ ਗਰੀਬੀ ਹੈ ਵਿਚਾਰੇ ਕੋਲੇ, ਮਤਲਬ ਜਿਹਦੇ ਕੋਲੇ ਧਨ ਦੀ ਘਾਟ ਹੋਵੇ ਉਹਨੂੰ ਬੋਲਾਂਗੇ ਨਿਰਧਨਤਾ। ਅੱਗੇ ਹੈਗੀ ਹੈ ਜ਼ਿੰਦਗੀ। ਜ਼ਿੰਦਗੀ ਦਾ ਸਮਾਨਾਰਥ ਸ਼ਬਦ ਹੈ ਜੀਵਨ, ਜਿੰਦ, ਪ੍ਰਾਣ। ਅੱਗੇ ਹੈਗਾ ਬੇਟਾ ਫਿਕਰ। ਫਿਕਰ ਨੂੰ ਅਸੀਂ ਜੇ ਹੋਰ ਸ਼ਬਦਾਂ ਦੇ ਵਿੱਚ ਬੋਲਣਾ ਜਾਂ ਲਿਖਣਾ ਹੋਵੇ ਉਹ ਹੋਊਗਾ ਚਿੰਤਾ, ਪਰੇਸ਼ਾਨੀ ਜਾਂ ਸੋਚ। ਆਪਾਂ ਕਹਿੰਦਾ ਤੂੰ ਭਾਈ ਕਿਹੜੀ ਸੋਚ 'ਚ ਪਿਆ, ਵੀ ਤੂੰ ਕਿਹੜੇ ਫਿਕਰ 'ਚ ਪਿਆ। ਜੇ ਅਸੀਂ ਕਿਹਾ ਭਾਈ ਤੂੰ ਕਿਹੜੀ ਪਰੇਸ਼ਾਨੀ 'ਚ ਚੱਲ ਰਹੇ ਆ, ਭਾਵ ਤੂੰ ਕਿਹੜੇ ਫਿਕਰਾਂ 'ਚ ਚੱਲ ਰਹੇ ਆ। ਜੇ ਅਸੀਂ ਕਿਹਾ ਭਾਈ ਤੂੰ ਕਿਹੜੀ ਚਿੰਤਾ 'ਚ ਪਿਆ, ਤਾਂ ਇਹਦਾ ਅਰਥ ਵੀ ਫਿਕਰ ਸਮਝਿਆ ਜਾਵੇਗਾ। ਸੋ ਬੇਟਾ ਜਿਹੜੇ ਆਪਾਂ ਇਹ ਸ਼ਬਦ ਪੜ੍ਹੇ ਨੇ ਇਹ ਸਾਰੇ ਹੀ ਜਿਹੜੇ ਸ਼ਬਦ ਨੇ ਉਹਨਾਂ ਦੇ ਅਰਥ ਸਮਾਨ ਹਨ। ਸਮਾਨ ਭਾਵ ਵੀ ਜੋ ਅਸੀਂ ਅਰਥ ਕਿਸੇ ਚੀਜ਼ ਦਾ ਪੜ੍ਹਦੇ ਹਾਂ ਦੂਸਰੇ ਅਰਥ ਉਹਨਾਂ ਵਰਗਾ ਹੀ ਅਰਥ ਰੱਖਦੇ ਹਨ। ਸੋ ਇੱਕ ਮੂਲ ਸ਼ਬਦ ਦੇ ਜਿਹੜੇ ਹੋਰ ਅਨੇਕਾਂ ਅਰਥ ਬਣਦੇ ਨੇ ਜਾਂ ਅਰਥ ਰੱਖਣ ਵਾਲੇ ਸ਼ਬਦ ਹੁੰਦੇ ਨੇ ਬੇਟਾ ਉਹਨਾਂ ਨੂੰ ਅਸੀਂ ਸਮਾਨਾਰਥਕ ਸ਼ਬਦ ਆਖਦੇ ਹਾਂ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਇਹ ਜਿਹੜੇ ਤੁਹਾਡੇ ਸਮਾਨਾਰਥਕ ਸ਼ਬਦ ਸਨ ਆਪਾਂ ਉਹਨਾਂ ਨੂੰ ਪੜ੍ਹਿਆ, ਪ੍ਰੈਕਟਿਸ ਦੇ ਤੌਰ 'ਤੇ ਸਾਰੇ ਸਮਾਨਾਰਥ ਸ਼ਬਦਾਂ ਨੂੰ ਉਚਾਰਨ ਕੀਤਾ ਗਿਆ। ਸੋ ਇਹ ਸ਼ਬਦਾਂ ਨੂੰ ਬੇਟਾ ਤੁਸੀਂ ਨੇ ਭਵਿੱਖ ਦੇ ਵਿੱਚ ਆਪਣੀ ਜੀਵਨ ਦੀ ਜਿਹੜੀ ਬੋਲ ਚਾਲ ਆ ਉਹਦੇ ਵਿੱਚ ਵੀ ਅਪਣਾਉਣਾ ਹੈ, ਅਤੇ ਆਪਣੀ ਜਿਹੜੀ ਲਿਖਤੀ ਭਾਸ਼ਾ ਜਦੋਂ ਤੁਸੀਂ ਕੋਈ ਲੇਖ, ਅਰਜੀ, ਕਹਾਣੀ ਜਾਂ ਕੋਈ ਕਿਸੇ ਪ੍ਰਸ਼ਨ ਦਾ ਉੱਤਰ ਲਿਖਦੇ ਹੋ ਇਹਨਾਂ ਸ਼ਬਦਾਂ ਨੂੰ ਜ਼ਰੂਰ ਵਰਤੋਂ ਵਿੱਚ ਲੈ ਕੇ ਆਉਣਾ ਹੈ। ਸੋ ਪੰਜਾਬੀ ਵਿਆਕਰਨ ਨਾਲ ਸੰਬੰਧਿਤ ਜੋ ਵਿਰੋਧੀ ਸ਼ਬਦ ਹੁੰਦੇ ਹਨ, ਇੱਕ ਵਚਨ, ਬਹੁਵਚਨ, ਇੱਕ ਸ਼ਬਦਾਂ ਦੀ ਥਾਂ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਰੱਖਣ ਵਾਲੇ ਜਿਹੜੇ ਵਿਆਕਰਨ ਦੇ ਅਗਲੇ ਪਾਰਟ ਦੇ ਤੁਹਾਡੇ ਸ਼ਬਦ ਹਨ ਉਹਨਾਂ ਨੂੰ ਆਪਾਂ ਆਪਣੇ ਚੈਨਲ ਜਿਸ ਦਾ ਨਾਮ ਹੈ ਪੰਜਾਬੀ ਐਜੂਕੇਸ਼ਨ ਚੈਨਲ ਇਸ ਤੋਂ ਵੀ ਕਰਾਂਗੇ। ਸੋ ਵਧੇਰੇ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਐਜੂਕੇਸ਼ਨ ਚੈਨਲ ਦੇ ਨਾਲ। ਅੱਜ ਦੀ ਇਸ ਕਲਾਸ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਥੈਂਕ ਯੂ ਜੀ ਐਂਡ ਧੰਨਵਾਦ।